हेलो स्टूडेंट्स, मैं तरुणा वर्मी साइंस मिस्ट्रेस गवर्नमेंट गर्ल सीनियर ਸੈਕੰਡਰੀ ਸਕੂਲ ਮਾਡਲ ਟਾਊਨ ਪਟਿਆਲਾ ਤੋਂ ਫਿਰ ਦੁਬਾਰਾ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ ਜਿਸ ਦੇ ਵਿੱਚ ਮਲਟੀਪਲ ਚੁਆਇਸ ਵਾਲੇ ਕੁਐਸਚਨਸ ਹੈ। ਜਿਹੜੇ ਮਲਟੀਪਲ ਚੁਆਇਸ ਵਾਲੇ ਕੁਐਸਚਨਸ ਹੈਗੇ ਆ ਉਹ ਆਪਾਂ ਇੰਪੋਰਟੈਂਟ ਕੁਐਸਚਨਸ ਹੈ ਜਿਹੜੇ ਆਪਾਂ ਕਰਾਂਗੇ। ਇਹਦੇ ਵਿੱਚ ਜਿਵੇਂ ਸਭ ਤੋਂ ਪਹਿਲਾਂ ਹੈ ਹੇਠ ਦਿੱਤੀ ਰਸਾਇਣਿਕ ਕਿਰਿਆ ਦੀ ਕਿਸਮ ਦੱਸੋ। ਰਸਾਇਣਿਕ ਕਿਰਿਆ ਤੁਹਾਨੂੰ ਦਿੱਤੀ ਹੋਈ ਹੈ, ਇਹਦੀ ਕਿਸਮ ਦੱਸਣੀ ਹੈ ਤੁਸੀਂ। ਹੁਣ ਇਹਦੇ ਵਿੱਚ CuSO4 plus Zn gives us ZnSO4 plus Cu ਕਾਪਰ ਹੋ ਗਿਆ। ਠੀਕ ਹੈ, ਹੁਣ ਇਹ ਤੁਸੀਂ ਦੇਖੋ ਵੀ ਇਹਦੇ ਵਿੱਚ ਕਿਹੜੀ ਕਿਰਿਆ ਹੈ। ਇਸ ਕਿਰਿਆ ਦੇ ਵਿੱਚ ਕਾਪਰ ਨੂੰ ਵਿਸਥਾਪਿਤ ਕਰਕੇ ਜ਼ਿੰਕ ਜਿਹੜਾ ਹੈਗਾ ਸਲਫੇਟ ਨਾਲ ਮਿਲ ਗਿਆ, ਜ਼ਿੰਕ ਸਲਫੇਟ ਬਣ ਗਿਆ ਤੇ ਕਾਪਰ ਨੂੰ ਵਿਸਥਾਪਿਤ ਕਰਤਾ। ਤਾਂ ਕਿਹੜੀ ਕਿਰਿਆ ਹੋਈ ਜੀ? ਵਿਸਥਾਪਨ ਕਿਰਿਆ। ਕਿਹੜੀ ਕਿਰਿਆ ਹੋਈ? ਵਿਸਥਾਪਨ ਕਿਰਿਆ। ਠੀਕ ਹੈ ਜੀ। ਸੈਕਿੰਡ, ਪਾਣੀ ਦੇ ਬਿਜਲਈ ਅਪਘਟਨ ਦੌਰਾਨ ਡੈਸ਼ ਅਤੇ ਆਕਸੀਜਨ ਗੈਸ ਪ੍ਰਾਪਤ ਹੁੰਦੀ ਹੈ। ਹੁਣ ਪਾਣੀ ਦੇ ਅਪਘਟਨ ਦੌਰਾਨ ਕਿਹੜੀ ਆਕਸੀਜਨ H2O ਹੁੰਦਾ ਨਾ, ਤਾਂ ਇੱਕ ਤਾਂ ਹੋ ਗਈ ਆਕਸੀਜਨ ਦਿੱਤੀ ਹੋਈ ਹੈ ਤੇ ਦੂਸਰੀ ਕਿਹੜੀ ਗੈਸ ਹੋਊਗੀ? ਹਾਈਡਰੋਜਨ। ਠੀਕ ਹੈ ਜੀ, ਇਹ ਹਾਈਡਰੋਜਨ ਹੋ ਗਿਆ, C ਆ ਗਿਆ। ਉਸ ਤੋਂ ਅੱਗੇ ਆ ਜਾਓ ਜੀ। ਹੁਣ ਅਗਲੀ ਫੇਰ ਪ੍ਰਤੀਕਿਰਿਆ ਦਿੱਤੀ ਹੋਈ ਹੈ ਇਹਨਾਂ ਨੇ। ਇਹ ਪ੍ਰਤੀਕਿਰਿਆ ਦੇ ਵਿੱਚ ਜਿਵੇਂ ਦਿੱਤਾ ਹੋਇਆ ਜੀ Fe2O3 plus 2Al ਐਲਮੀਨੀਅਮ। ਠੀਕ ਹੈ ਜੀ, ਐਲਮੀਨੀਅਮ ਆਕਸਾਈਡ ਪਲਸ ਫੈਰਸ ਹੋ ਗਿਆ, ਇਹ ਆਇਰਨ। ਮਤਲਬ ਇਸ ਕਿਰਿਆ ਦੀ ਇਹ ਦੱਸੋ ਕਿਹੜੀ ਰਸਾਇਣਿਕ ਕਿਰਿਆ ਦੀ ਉਦਾਹਰਨ ਹੈ। ਹੁਣ ਇਸ ਦੇ ਵਿੱਚ ਵੀ ਕੀ ਚੀਜ਼ ਹੈ? ਇਸ ਦੇ ਵਿੱਚ ਵੀ ਤੁਸੀਂ ਦੇਖਿਆ ਹੋਊਗਾ ਕਿ ਆਇਰਨ ਨੂੰ ਵਿਸਥਾਪਿਤ ਕਰਕੇ ਐਲਮੀਨੀਅਮ ਆਕਸੀਜਨ ਦੇ ਨਾਲ ਜੁੜ ਗਿਆ। ਠੀਕ ਹੈ ਜੀ, ਤਾਂ ਇੱਕੋ ਹੀ ਚੀਜ਼ ਵਿਸਥਾਪਿਤ ਹੋਈ, ਇਸ ਕਰਕੇ ਇਹ ਵੀ ਵਿਸਥਾਪਨ ਕਿਰਿਆ। ਓਕੇ। ਉਸ ਤੋਂ ਬਾਅਦ ਆ ਗਿਆ ਜੀ ਇੱਕ ਘੋਲ ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ। ਠੀਕ ਹੈ, ਇੱਕ ਘੋਲ ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ, ਇਸ ਦਾ ਸੰਭਵ ਤੌਰ 'ਤੇ pH ਕਿੰਨਾ ਹੈ? ਜਿਹੜਾ ਘੋਲ ਲਾਲ ਲਿਟਮਸ ਨੂੰ ਨੀਲਾ ਕਰੇਗਾ ਉਹ ਹੋਏਗਾ ਖਾਰ। ਜਿਹੜੇ ਖਾਰ ਹੈ ਉਹਨਾਂ ਦਾ pH 7 ਤੋਂ ਵੱਧ ਹੁੰਦਾ, ਇਸ ਕਰਕੇ ਇਹਦਾ ਆਨਸਰ ਆਏਗਾ D। ਠੀਕ ਹੈ। ਨੈਕਸਟ, ਇੱਕ ਘੋਲ ਅੰਡੇ ਦੇ ਛਿਲਕੇ ਦੇ ਬਰੀਕ ਟੁਕੜਿਆਂ ਨਾਲ ਕਿਰਿਆ ਕਰਕੇ ਇੱਕ ਗੈਸ ਪੈਦਾ ਕਰਕੇ ਪਾਣੀ ਨੂੰ ਦੁਧੀਆ ਕਰ ਦਿੰਦੀ ਹੈ। ਘੋਲ ਵਿੱਚ ਕੀ ਮੌਜੂਦ ਹੁੰਦਾ? ਹਾਈਡਰੋਕਲੋਰਿਕ ਐਸਿਡ। ਠੀਕ ਹੈ ਜੀ। ਉਸ ਤੋਂ ਅੱਗੇ ਆ ਜਾਓ ਜੀ। ਹੇਠ ਲਿਖਿਆਂ ਵਿੱਚੋਂ ਕਿਹੜੀ ਕਿਸਮ ਦੀ ਦਵਾਈ ਬਦਹਜ਼ਮੀ ਦਾ ਇਲਾਜ ਕਰਦੀ ਹੈ? ਇਹ ਅੱਗੇ ਵੀ ਆਪਾਂ ਕਈ ਵਾਰੀ ਕੀਤਾ, ਐਂਟਾਸਿਡ। ਠੀਕ ਹੈ ਜੀ, ਐਂਟਐਸਿਡ। ਐਸਿਡ ਦੇ ਨਾਲ ਬਦਹਜ਼ਮੀ ਹੁੰਦੀ ਹੈ ਅਤੇ ਉਹਦੇ ਐਂਟੀ ਜਿਹੜਾ ਕੋਈ ਦਵਾਈ ਹੈ ਐਂਟਐਸਿਡ, ਉਸ ਦੇ ਨਾਲ ਇਹਦਾ ਇਲਾਜ ਹੋ ਜਾਂਦਾ। ਉਸ ਤੋਂ ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜਾ ਜੋੜਾ ਵਿਸਥਾਪਨ ਪ੍ਰਤੀਕਿਰਿਆ ਕਰੇਗਾ? ਕਿਹੜਾ ਜੋੜਾ ਵਿਸਥਾਪਨ ਪ੍ਰਤੀਕਿਰਿਆ ਕਰੇਗਾ? ਸੋਡੀਅਮ ਕਲੋਰਾਈਡ ਤੇ ਕਾਪਰ ਕਰੇਗਾ, ਜਾਂ ਫਿਰ ਮੈਗਨੀਸ਼ੀਅਮ ਕਲੋਰਾਈਡ ਤੇ ਐਲਮੀਨੀਅਮ ਕਰੇਗਾ, ਤੇ ਜਾਂ ਫਿਰ ਫੈਰਸ ਸਲਫੇਟ ਤੇ ਸਿਲਵਰ, ਜਾਂ ਫਿਰ ਸਿਲਵਰ ਨਾਈਟ੍ਰੇਟ ਤੇ ਕਾਪਰ। ਸਿਲਵਰ ਨਾਈਟ੍ਰੇਟ ਤੇ ਕਾਪਰ ਜਿਹੜਾ ਹੈ ਵਿਸਥਾਪਨ ਕਿਰਿਆ ਕਰੇਗਾ। ਫਿਰ ਕਿਉਂਕਿ ਕਾਪਰ ਜਿਹੜਾ ਹੈ ਉਹ ਨਾਈਟ੍ਰੇਟ ਦੇ ਨਾਲ ਰਲ ਜਾਏਗਾ ਤੇ ਸਿਲਵਰ ਨੂੰ ਬਾਹਰ ਕੱਢ ਦੇਗਾ। ਅਗਲਾ ਹੈ, ਭੋਜਨ ਰੱਖਣ ਵਾਲੇ ਕੈਨਾਂ ਨੂੰ ਟਿਨ ਦੀ ਝਾਲ ਦਿੱਤੀ ਜਾਂਦੀ ਹੈ, ਜ਼ਿੰਕ ਦੀ ਨਹੀਂ, ਕਿਉਂਕਿ ਜ਼ਿੰਕ ਟਿਨ ਨਾਲੋਂ ਮਹਿੰਗੀ ਹੈ। ਜ਼ਿੰਕ ਦਾ ਪਿਘਲਨ ਅੰਕ ਟਿਨ ਨਾਲੋਂ ਉੱਚਾ ਹੈ। ਜ਼ਿੰਕ ਟਿਨ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੈ। ਜ਼ਿੰਕ ਟਿਨ ਨਾਲੋਂ ਘੱਟ ਕਿਰਿਆਸ਼ੀਲ ਹੈ। ਠੀਕ ਹੈ, ਇਹ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਹੋਏਗਾ ਜ਼ਿੰਕ ਟਿਨ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੈ। ਇਸ ਕਰਕੇ ਟਿਨ ਦੀ ਜਿਹੜੀ ਝਾਲ ਦਿੱਤੀ ਜਾਂਦੀ ਹੈ ਤਾਂ ਕਿ ਉਹ ਕਿਰਿਆ ਘੱਟ ਕਰੇ। ਨੈਕਸਟ ਹੈ ਜੀ, ਈਥੇਨ ਦਾ ਅਣਵੀ ਸੂਤਰ C2H6 ਹੈ। ਇਸ ਵਿੱਚ ਕਿੰਨੇ ਸਹਿ ਸੰਯੋਜਕ ਬੰਧਨ ਹੋਣਗੇ? ਹੁਣ ਬੱਚੋ 6 ਤਾਂ ਹੋ ਗਏ ਹਾਈਡਰੋਜਨ ਦੇ ਸਹਿ ਸੰਯੋਜਕ ਬੰਧਨ, ਤਾਂ 2 ਕਾਰਬਨ ਹੈ, ਦੋਨੋਂ ਕਾਰਬਨਾਂ 'ਚ ਜਿਹੜਾ ਬੰਧਨ ਹੋਇਆ 1, ਇਸ ਕਰਕੇ 7 ਸਹਿ ਸੰਯੋਜਕ ਬੰਧਨ ਹਨ। ਨੈਕਸਟ ਆ ਗਿਆ ਜੀ, ਉਸ ਅਣੂ ਦਾ ਨਾਂ ਦੱਸੋ ਜਿਸ ਦੀ ਇਲੈਕਟ੍ਰੋਨ ਬਿੰਦੂ ਰਚਨਾ ਦੀ ਬਣਤਰ ਚਿੱਤਰ ਵਿੱਚ ਵਿਖਾਈ ਗਈ ਹੈ। ਕਿਹੜਾ ਇਲੈਕਟ੍ਰੋਨ ਹੈ ਜਿਸ ਦੇ ਵਿੱਚ ਦੇਖੋ ਇੱਕ ਕਾਰਬਨ ਹੈ, 4 ਹਾਈਡਰੋਜਨ ਹੈ, CH4। CH4 ਕਿਸ ਦਾ ਫਾਰਮੂਲਾ ਹੁੰਦਾ? ਮੀਥੇਨ ਦਾ।
ਨੈਕਸਟ ਹੈ ਜੀ, ਇੱਕ ਪਰਮਾਣੂ ਦੀ ਇਲੈਕਟ੍ਰੋਨਿਕ ਤਰਤੀਬ 2 8 7 ਹੈ। ਇਸ ਤੱਤ ਦਾ ਪਰਮਾਣੂ ਅੰਕ ਡੈਸ਼ ਹੈ। ਕਿੰਨਾ ਪਰਮਾਣੂ ਅੰਕ ਹੈ ਇਸਦਾ? ਜਿਹਦੇ 8 ਤੇ 2 10 ਤੇ 7 17। ਪਰਮਾਣੂ ਅੰਕ ਕਿੰਨਾ ਹੋਇਆ ਜੀ ਇਸਦਾ? 17। ਹੁਣ ਅੱਗੇ, ਆਧੁਨਿਕ ਆਵਰਤੀ ਸਾਰਣੀ ਵਿੱਚ ਪਹਿਲੇ 10 ਤੱਤਾਂ ਵਿੱਚ ਕਿਹੜੀਆਂ ਧਾਤਾਂ ਹਨ? ਇਹ ਸਾਨੂੰ ਸਭ ਨੂੰ ਪਤਾ ਹੈ, ਪਹਿਲਾਂ ਬਹੁਤ ਵਾਰੀ ਆਪਾਂ ਕਰ ਚੁੱਕੇ, ਲੀਥੀਅਮ ਤੇ ਬੈਰੀਲੀਅਮ। ਨੈਕਸਟ ਹੈ ਜੀ, ਮਨੁੱਖੀ ਮਲ ਨਿਕਾਸ ਪ੍ਰਣਾਲੀ ਦੇ ਵਿੱਚ ਜਿਹੜੀ ਡਾਇਗਰਾਮ ਦਿੱਤੀ ਹੋਈ ਹੈ ਤੁਹਾਨੂੰ, ਇਸ ਦੇ ਵਿੱਚ ਉਹਨਾਂ ਨੇ ਪੁੱਛਿਆ ਵੀ ਪਾਰਟ ਏ ਕੀ ਹੈ, ਤਾਂ ਇਹ ਸਾਰੀਆਂ ਦਿੱਤੀਆਂ ਹੋਈਆਂ। ਤਾਂ ਇਹ ਕੀ ਹੈ ਜੀ? ਮੂਤਰਵੈਣੀ ਹੈ, ਖੱਬੀ ਮੂਤਰਵੈਣੀ, ਇਸ ਕਰਕੇ ਇਹ ਆਊਗਾ ਇਸ ਦਾ ਆਨਸਰ। ਨੈਕਸਟ ਹੈ ਜੀ, ਜ਼ਾਈਲਮ ਟਿਸ਼ੂ ਇੱਕ ਮਹੱਤਵਪੂਰਨ ਪੌਦਾ ਟਿਸ਼ੂ ਹੈ। ਠੀਕ ਹੈ ਜੀ, ਇਸ ਟਿਸ਼ੂ ਦਾ ਕੀ ਕੰਮ ਹੈ? ਜ਼ਾਈਲਮ, ਜੱਜਾ ਜਲ, ਜੱਜਾ ਜ਼ਾਈਲਮ, ਪਾਣੀ ਦਾ ਪਰਿਵਹਿਨ। ਜੇ ਆ ਜੇ ਫਲੋਇਮ ਤਾਂ ਫੱਫਾ ਫਲੋਇਮ, ਫੱਫਾ ਫੂਡ, ਉਹਦੇ 'ਚ ਭੋਜਨ ਦਾ ਪਰਿਵਹਿਨ, ਜ਼ਾਈਲਮ ਦੇ ਵਿੱਚ ਪਾਣੀ ਦਾ ਪਰਿਵਹਿਨ। ਹੁਣ ਮਾਦਾ ਪ੍ਰਜਨਨ ਪ੍ਰਣਾਲੀ ਦੇ ਜਿਹੜਾ ਚਿੱਤਰ ਦਿੱਤਾ ਹੋਇਆ, ਉਸਦੇ ਅਲੱਗ-ਅਲੱਗ ਭਾਗ ਦਿੱਤੇ ਹੋਏ ਆ। ਠੀਕ ਹੈ, ਹੁਣ ਇਸ ਦੇ ਵਿੱਚ ਤੁਸੀਂ ਦੱਸਣਾ ਵੀ ਕਿਹੜਾ ਭਾਗ ਹੈ ਇਹਨਾਂ ਵਿੱਚੋਂ। ਇਹ ਹੈ ਜੀ ਅੰਡਕੋਸ਼। ਠੀਕ ਹੈ, ਇਸ ਦਾ ਕਿਹੜਾ ਹੈ ਜੀ? ਇਹ ਅੰਡਕੋਸ਼। ਹੁਣ ਅਗਲਾ ਹੈ ਜੀ, ਇਸ ਦੇ ਵਿੱਚ ਹੇਠ ਲਿਖਿਆਂ ਵਿੱਚੋਂ ਸਹੀ ਵਿਕਲਪ ਚੁਣੋ। 16ਵਾਂ ਆ ਗਿਆ, ਹੇਠ ਲਿਖਿਆਂ ਵਿੱਚੋਂ ਕਿਹੜਾ ਮਨੁੱਖ ਵਿੱਚ ਮਾਦਾ ਜਨਨ ਪ੍ਰਣਾਲੀ ਦਾ ਭਾਗ ਨਹੀਂ ਹੈ? ਇਹਦੇ ਵਿੱਚ ਸਾਰੇ ਬਾਕੀ ਮਾਦਾ ਜਨਨ ਪ੍ਰਣਾਲੀ ਦੇ ਭਾਗ ਹੈ, ਸਿਰਫ ਇੱਕ ਸ਼ੁਕਰਾਣੂ ਵਹਿਣੀ ਜਿਹੜੀ ਹੈ, ਸ਼ੁਕਰਾਣੂ ਜਿਹੜੇ ਹੈ ਉਹ ਨਰ ਵਿੱਚ ਹੁੰਦੇ ਆ, ਇਸ ਕਰਕੇ ਉਹ ਨਰ ਜਨਨ ਪ੍ਰਣਾਲੀ ਦਾ ਭਾਗ ਹੈ। ਕਿਸੇ ਦਰਪਣ ਵਿੱਚੋਂ ਤੁਸੀਂ ਕਿੰਨੀ ਵੀ ਦੂਰੀ 'ਤੇ ਹੋਵੋ, ਤੁਹਾਡਾ ਪ੍ਰਤੀਬਿੰਬ ਹਮੇਸ਼ਾ ਹੀ ਸਿੱਧਾ ਪ੍ਰਤੀਤ ਹੁੰਦਾ ਹੈ। ਦੇਖੋ, 2 ਦਰਪਣ ਹੈ ਜਿਨ੍ਹਾਂ 'ਚ ਹਮੇਸ਼ਾ ਸਾਡਾ ਪ੍ਰਤੀਬਿੰਬ ਸਿੱਧਾ ਲੱਗਦਾ ਹੈ। ਇੱਕ ਹੈ ਸਮਤਲ ਦਰਪਣ, ਇੱਕ ਹੈ ਉੱਤਲ ਦਰਪਣ। ਉੱਤਲ ਦਰਪਣ ਯਾਦ ਆ ਗਿਆ, ਜਿਹੜਾ ਕਾਰਾਂ ਵਗੈਰਾ ਦੇ ਜਾਂ ਮੋਟਰਸਾਈਕਲਾਂ ਦੇ ਬੈਕ ਵਿਊ ਮਿਰਰ ਲੱਗਿਆ ਹੁੰਦਾ, ਉਹ ਉੱਤਲ ਦਰਪਣ ਹੈ। ਉਸ 'ਚ ਵੀ ਸਿੱਧਾ ਹੀ ਦਿਖਦਾ ਸਾਨੂੰ ਪਿੱਛੋਂ ਆਉਂਦਾ ਬੰਦਾ। ਅਤੇ ਸਮਤਲ ਦਰਪਣ ਜਿਹੜਾ ਘਰਾਂ 'ਚ ਹੁੰਦਾ ਸਾਡੇ, ਉਹਦੇ 'ਚ ਵੀ ਸਿੱਧਾ ਦਿਖਦਾ। ਨੈਕਸਟ ਹੈ, ਵਸਤੂ ਨੂੰ ਅਵਤਲ ਦਰਪਣ ਸਾਹਮਣੇ ਕਿਸ ਸਥਿਤੀ ਵਿੱਚ ਰੱਖਿਆ ਜਾਵੇ ਤਾਂ ਜੋ ਪ੍ਰਤੀਬਿੰਬ ਆਭਾਸੀ ਅਤੇ ਸਿੱਧਾ ਬਣੇ? ਹੁਣ ਇਹਨਾਂ ਨੇ ਆਭਾਸੀ ਅਤੇ ਸਿੱਧਾ ਪ੍ਰਤੀਬਿੰਬ ਬਣਾ ਕੇ ਦਿਖਾਇਆ ਹੋਇਆ। ਕਿੱਥੇ ਰੱਖਿਆ ਹੋਇਆ? F ਅਤੇ P ਦੇ ਵਿਚਕਾਰ। ਓਕੇ, ਇਹ ਜ਼ਰਾ ਦਿਮਾਗ ਲਗਾਉਣ ਦੀ ਲੋੜ ਹੈ, ਆਨਸਰ ਤਾਂ ਸਾਹਮਣੇ ਹੀ ਦਿੱਤਾ ਹੋਇਆ ਸੀ ਇਹਦੇ। ਕਿਸੇ ਵਸਤੂ ਦਾ ਵਾਸਤਵਿਕ ਅਤੇ ਸਮਾਨ ਆਕਾਰ ਦਾ ਪ੍ਰਤੀਬਿੰਬ ਪ੍ਰਾਪਤ ਕਰਨ ਲਈ ਵਸਤੂ ਨੂੰ ਉੱਤਲ ਲੈਂਸ ਦੇ ਸਾਹਮਣੇ ਕਿੱਥੇ ਰੱਖਿਆ ਜਾਂਦਾ ਹੈ? ਹਾਂਜੀ, ਕਿੱਥੇ ਰੱਖਿਆ ਜਾਂਦਾ ਹੈ ਇਸ ਨੂੰ? ਹਮੇਸ਼ਾ ਫੋਕਸ ਦੂਰੀ ਦੀ ਦੁੱਗਣੀ ਦੂਰੀ ਉੱਤੇ। ਠੀਕ ਹੈ ਜੀ। ਉਸ ਤੋਂ ਅੱਗੇ ਆ ਜਾਓ ਜੀ, ਮਨੁੱਖੀ ਅੱਖ ਜਿਸ ਭਾਗ ਉੱਤੇ ਕਿਸੇ ਵਸਤੂ ਦਾ ਪ੍ਰਤੀਬਿੰਬ ਬਣਾਉਂਦੀ ਹੈ, ਕਿਸ 'ਤੇ ਪ੍ਰਤੀਬਿੰਬ ਬਣਾਉਂਦੀ ਹੈ ਉਹ? ਹਮੇਸ਼ਾ ਰੈਟੀਨਾ 'ਤੇ। ਇਹ ਕੁਐਸਚਨ ਤੁਸੀਂ ਪਹਿਲਾਂ ਕੀਤੇ ਹੋਏ ਆ, ਜਸਟ ਇੱਕ ਰਿਵੀਜ਼ਨ ਹੈ ਆਪਣੀ। ਨੇਤਰ ਲੈਂਸ ਦੀ ਫੋਕਸ ਦੂਰੀ 'ਚ ਪਰਿਵਰਤਨ ਕੀਤਾ ਜਾਂਦਾ ਹੈ। ਕੌਣ ਪਰਿਵਰਤਨ ਕਰਦਾ ਹੈ? ਸਿਲਰੀ ਪੇਸ਼ੀ। ਹੇਠ ਲਿਖਿਆਂ ਵਿੱਚੋਂ ਕਿਹੜਾ ਜਿਹੜਾ ਪਦ ਹੈ ਬਿਜਲੀ ਸਰਕਟ ਦਾ, ਉਹ ਬਿਜਲੀ ਸ਼ਕਤੀ ਨੂੰ ਨਹੀਂ ਦਰਸਾਉਂਦਾ? ਜਿਹੜਾ ਨਹੀਂ ਦਰਸਾਉਂਦਾ ਉਹ ਕਿਹੜਾ ਜੀ? IR²। ਇਹ ਓਕੇ ਜੀ। ਉਸ ਤੋਂ ਬਾਅਦ ਆ ਗਿਆ ਜੀ, ਸ਼ਾਰਟ ਸਰਕਟ ਸਮੇਂ ਸਰਕਟ ਵਿੱਚ ਬਿਜਲੀ ਧਾਰਾ ਦਾ ਮਾਨ ਕੀ ਹੁੰਦਾ? ਜੋ ਸ਼ਾਰਟ ਸਰਕਟ ਹੁੰਦਾ ਤਾਂ ਬਿਜਲੀ ਧਾਰਾ ਦਾ ਮਾਨ ਕੀ ਹੋ ਜਾਂਦਾ ਜੀ? ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਅੱਗੇ ਆ ਜਾਓ ਜੀ, ਹੁਣ ਬਿਜਲੀ ਚੁੰਬਕੀ ਪ੍ਰੇਰਣ ਦੀ ਘਟਨਾ ਕਿਸੇ ਵਸਤੂ ਨੂੰ ਚਾਰਜ ਕਰਨ ਦੀ ਪ੍ਰਕਿਰਿਆ ਹੈ। ਠੀਕ ਹੈ, ਕੀ ਚੀਜ਼ ਹੈ ਇਹ? ਕਿਸੇ ਕੁੰਡਲੀ ਤੋਂ ਬਿਜਲੀ ਧਾਰਾ ਪ੍ਰਵਾਹਿਤ ਹੋਣ ਦੇ ਕਾਰਨ ਚੁੰਬਕੀ ਖੇਤਰ ਉਤਪੰਨ ਕਰਨ ਦੀ ਪ੍ਰਕਿਰਿਆ ਹੈ। ਕੁੰਡਲੀ ਅਤੇ ਚੁੰਬਕ ਦੇ ਵਿੱਚ ਸਾਪੇਖਕ ਗਤੀ ਦੇ ਕਾਰਨ ਕੁੰਡਲੀ ਵਿੱਚ ਪ੍ਰੇਰਿਤ ਬਿਜਲੀ ਧਾਰਾ ਪੈਦਾ ਕਰਨਾ। ਦਿਸ ਇਜ਼ ਦਾ ਆਨਸਰ। ਕੁੰਡਲੀ ਅਤੇ ਚੁੰਬਕ ਦੇ ਵਿੱਚ ਜਦੋਂ ਗਤੀ ਹੁੰਦੀ ਹੈ ਤਾਂ ਫਿਰ ਬਿਜਲੀ ਧਾਰਾ ਜਿਹੜੀ ਹੈ ਪੈਦਾ ਹੁੰਦੀ ਹੈ। ਨੈਕਸਟ ਆ ਜਾਓ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਜੈਵ ਅਵਿਘਟਨਸ਼ੀਲ ਪਦਾਰਥ ਹੈ? ਮਤਲਬ ਜਿਹੜਾ ਛੇਤੀ ਖਤਮ ਹੀ ਨਹੀਂ ਹੁੰਦਾ, ਉਹ ਕਿਹੜਾ ਜੀ? ਪਲਾਸਟਿਕ। ਆਪਾਂ ਸਭ ਨੂੰ ਪਤਾ ਹੈ, ਤਾਂ ਹੀ ਇਹਨੂੰ ਆਪਾਂ ਕਹਿੰਦੇ ਹਾਂ ਘੱਟ ਵਰਤੋਂ।
DNA ਦਾ ਪੂਰਾ ਨਾਂ ਕੀ ਹੈ? ਦੇਖੋ ਇਹ ਜਿਹੜਾ DNA ਦਾ ਸਾਰੇ ਲਿਖੇ ਹੋਏ ਆ, ਇਹਦੇ ਵਿੱਚ ਇੱਕ ਗਲਤੀ ਹੈ ਕਿ ਆਕਸੀਰਾਈਬੋਨਿਊਕਲਿਕ ਐਸਿਡ ਲਿਖਿਆ ਹੋਇਆ, ਜਦ ਕਿ ਇੱਥੇ ਲਿਖਣਾ ਚਾਹੀਦਾ ਸੀ ਡੀਆਕਸੀਰਾਈਬੋਨਿਊਕਲਿਕ ਐਸਿਡ, ਕਿਉਂਕਿ ਬਾਕੀ ਤਾਂ ਸਾਰੇ ਗਲਤ ਹੈ ਹੀ। ਇਹ ਠੀਕ ਸੀਗਾ, ਪਰ ਇਹਦੇ ਅੱਗੇ ਡੀਆਕਸੀ ਨਹੀਂ ਲਿਖਿਆ ਹੋਇਆ ਸੀ, ਇਸ ਦੇ ਅੱਗੇ ਲਿਖਣਾ ਡੀਆਕਸੀਰਾਈਬੋਨਿਊਕਲਿਕ ਐਸਿਡ। ਬਿਜਲੀ ਧਾਰਾ ਪੈਦਾ ਕਰਨ ਦੀ ਵਿਉਂਤ ਕਿਹੜੀ ਹੁੰਦੀ ਹੈ ਜੀ? ਜਨਰੇਟਰ। ਇਸ ਦੇ ਨਾਲ ਅਸੀਂ ਬਿਜਲੀ ਧਾਰਾ ਪੈਦਾ ਕਰਦੇ ਹਾਂ। ਡੈਸ਼ ਦੇ ਅਣੂਆਂ ਵਿੱਚ ਅਨੁਵੰਸ਼ਿਕ ਗੁਣਾਂ ਦਾ ਸੰਦੇਸ਼ ਹੁੰਦਾ ਹੈ ਜੋ ਮਾਪਿਆਂ ਤੋਂ ਅਗਲੀ ਪੀੜ੍ਹੀ ਵਿੱਚ ਜਾਂਦਾ ਹੈ। ਇਹ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਇਹ DNA ਹੈ, ਜਿਸ ਦੇ ਨਾਲ ਮਾਂ-ਬਾਪ ਦੇ ਗੁਣ ਬੱਚਿਆਂ 'ਚ ਜਾਂਦੇ ਆ। ਅੱਜ ਕੱਲ੍ਹ ਤਾਂ ਵੈਸੇ ਹੀ ਤੁਸੀਂ ਗੱਲ ਕਰੋ ਸਹੀ, ਨਾਲ ਦੀ ਨਾਲ ਤੁਹਾਡੇ ਦਿਮਾਗ 'ਚ ਆ ਜਾਂਦਾ ਵੀ ਕਈ ਸੀਰੀਅਲਾਂ ਅਤੇ ਪਿਕਚਰਾਂ 'ਚ ਆ ਜਾਂਦਾ ਨਾ, DNA ਟੈਸਟ ਕਰਾਓ ਜੀ। ਉਹ DNA ਟੈਸਟ ਵੀ ਮਾਂ-ਬਾਪ ਦਾ ਬੱਚਾ ਹੈ ਕਿ ਨਹੀਂ, ਇਹ ਉਹਦੇ ਨਾਲ ਹੀ ਅਨੁਵੰਸ਼ਿਕ ਗੁਣ ਜਾਂਦੇ ਆ ਨਾ, DNA। ਓਕੇ ਜੀ। ਅਗਲਾ ਆ ਗਿਆ ਜੀ ਆਪਣਾ 29ਵਾਂ ਕੁਐਸਚਨ ਹੈ ਇਹ, ਹੇਠ ਲਿਖਿਆਂ ਵਿੱਚੋਂ ਕਿਹੜੇ ਭੋਜਨ ਲੜੀ ਦਾ ਨਿਰਮਾਣ ਕਰਦੇ ਹਨ? ਇਹ ਘਾਹ, ਜਿਹਨੂੰ ਪਹਿਲਾਂ ਬੱਕਰੀ ਖਾਂਦੀ ਹੈ, ਬੱਕਰੀ ਨੂੰ ਮਨੁੱਖ ਖਾਂਦਾ। ਅਗਲਾ ਹੈ ਬਿਜਲੀ ਪ੍ਰਤੀਰੋਧ ਦੇ SI ਮਾਤਰਕ ਕੀ ਹੈ? ਬਿਜਲੀ ਪ੍ਰਤੀਰੋਧ ਦਾ SI ਮਾਤਰਕ ਕੀ ਹੈ ਜੀ? ਓਹਮ। ਠੀਕ ਹੈ, ਇਹ ਪ੍ਰਤੀਰੋਧ ਮਾਪਣ ਦੀ ਇਕਾਈ ਆ ਓਹਮ। ਨੈਕਸਟ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਲੈਂਸ ਬਣਾਉਣ ਲਈ ਨਹੀਂ ਵਰਤਿਆ ਜਾਂਦਾ? ਇਹ ਅੱਗੇ ਆਪਾਂ ਕੀਤਾ ਹੋਇਆ, ਕਿਹੜਾ ਜੀ? ਮਿੱਟੀ ਆ ਇੱਕ ਇਹੋ ਜਿਹੀ ਚੀਜ਼ ਜਿਹੜੀ ਪਾਰਦਰਸ਼ੀ ਨਹੀਂ ਹੁੰਦੀ, ਇਸ ਦੇ ਨਾਲ ਲੈਂਸ ਨਹੀਂ ਬਣਾਏ ਜਾਂਦੇ। ਅਗਲਾ ਹੈ ਕਿਸੇ ਗੋਲਾਕਾਰ ਦਰਪਣ ਅਤੇ ਕਿਸੇ ਪਤਲੇ ਗੋਲਾਕਾਰ ਲੈਂਸ ਦੀਆਂ ਦੋਵੇਂ ਫੋਕਸ ਦੂਰੀਆਂ -15 ਸੈਂਟੀਮੀਟਰ ਹਨ। ਜਦੋਂ ਮਾਈਨਸ ਆ ਗਿਆ ਤਾਂ ਦੈਟ ਮੀਨਸ ਉਹ ਦੋਵੇਂ ਕੀ ਹੋਣਗੇ? ਅਵਤਲ। ਠੀਕ ਹੈ ਜੀ। ਅਵਤਲ ਲੈਂਸ ਅਤੇ ਅਵਤਲ ਦਰਪਣ ਦੋਹਾਂ ਦੀ ਜਿਹੜੀ ਫੋਕਸ ਦੂਰੀ ਆ ਉਹ ਮਾਈਨਸ 'ਚ ਮਾਪੀ ਜਾਂਦੀ ਹੈ। ਉੱਤਲ ਲੈਂਸ ਦੀ ਫੋਕਸ ਦੂਰੀ ਕੀ ਹੁੰਦੀ ਹੈ? ਧਨਾਤਮਕ ਹੁੰਦੀ ਹੈ। ਓਕੇ ਜੀ। ਹੁਣ ਇਸ ਤੋਂ ਬਾਅਦ ਆ ਗਿਆ ਅਗਲਾ ਕੁਐਸਚਨ, ਉਸ ਅਣੂ ਦਾ ਨਾਂ ਦੱਸੋ ਜਿਸ ਦੀ ਇਲੈਕਟ੍ਰੋਨਿਕ ਬਿੰਦੂ ਰਚਨਾ ਦਿਖਾਈ ਗਈ ਹੈ। ਇੱਥੇ ਇਸ 'ਚ ਹੈ C ਡਬਲ ਬੌਂਡ C ਹੈ ਨਾ, ਠੀਕ ਹੈ ਜੀ, C2H4 ਹੈ, ਤਾਂ ਇਹ ਕੀ ਹੋਏਗਾ? ਈਥੀਨ। ਨੈਕਸਟ ਹੈ ਇੱਕ ਅਵਤਲ ਲੈਂਸ ਦੀ ਫੋਕਸ ਦੂਰੀ 2 ਮੀਟਰ ਹੈ, ਉਸ ਦੀ ਸ਼ਕਤੀ ਕਿੰਨੀ ਹੋਵੇਗੀ? ਜਿਹੜੀ ਅਵਤਲ ਲੈਂਸ ਦੀ ਫੋਕਸ ਦੂਰੀ 2 ਮੀਟਰ ਹੈ ਤਾਂ ਉਸ ਦੀ ਸ਼ਕਤੀ ਕਿੰਨੀ ਹੋਵੇਗੀ? ਪਹਿਲਾਂ ਤਾਂ ਮਾਈਨਸ ਹੋਵੇਗੀ ਅਤੇ -0.5 ਡਾਇਓਪਟਰ, D ਡਾਇਓਪਟਰ। ਨੈਕਸਟ ਹੈ ਜਦੋਂ ਮੈਗਨੀਸ਼ੀਅਮ ਰਿਬਨ ਨੂੰ ਹਵਾ ਵਿੱਚ ਸਾੜਿਆ ਜਾਂਦਾ ਹੈ ਤਾਂ ਇੱਕ ਚਿੱਟਾ ਪਦਾਰਥ ਪੈਦਾ ਹੁੰਦਾ ਹੈ, ਉਸ ਦਾ ਨਾਮ ਕੀ ਹੈ? ਨੇਚਰਲੀ ਜਦੋਂ ਹਵਾ ਵਿੱਚ ਜਲਾਇਆ ਜਾਂਦਾ ਤਾਂ ਆਕਸਾਈਡ ਹੀ ਹੋਏਗਾ, ਨਾਲ ਮੈਗਨੀਸ਼ੀਅਮ ਆਕਸਾਈਡ। ਅਗਲਾ ਹੈ ਕਿਰਿਆ ਦੀ ਕਿਸਮ ਦੱਸੋ। ਜਿਹੜਾ 6ਵਾਂ ਕੁਐਸਚਨ ਹੈ ਉਹਦੀ ਕਿਰਿਆ ਦੀ ਕਿਸਮ ਦੱਸੋ। ਤਾਂ ਜਿਹੜਾ ਇਸ ਦੀ ਕਿਹੜੀ ਕਿਸਮ ਹੈ? ਕੈਲਸ਼ੀਅਮ ਆਕਸਾਈਡ ਪਲੱਸ ਵਾਟਰ CaOH2 ਕਿਹੜੀ ਹੋਏਗੀ ਜੀ? ਇਸ ਦੀ ਸੰਯੋਜਨ ਕਿਰਿਆ, ਕਿਉਂਕਿ ਦੋ ਚੀਜ਼ਾਂ ਨਾਲ ਮਿਲ ਕੇ ਇੱਕ ਚੀਜ਼ ਬਣੀ ਹੈ। ਹਾਈਡਰੋਜਨ ਗੈਸ ਅਤੇ ਆਇਰਨ ਕਲੋਰਾਈਡ ਜੋ ਕੀ ਹੁੰਦਾ ਜਦੋਂ ਪਤਲਾ ਹਾਈਡਰੋਕਲੋਰਿਕ ਐਸਿਡ ਲੋਹ ਚੂਰਨ 'ਤੇ ਪਾਇਆ ਜਾਂਦਾ ਹੈ, ਮਤਲਬ ਲੋਹਾ ਹੋ ਗਿਆ ਲੋਹ ਚੂਰਨ ਅਤੇ ਹਾਈਡਰੋਕਲੋਰਿਕ ਐਸਿਡ, ਇਹਨਾਂ ਦੀ ਜਦੋਂ ਕਿਰਿਆ ਹੁੰਦੀ ਹੈ ਤਾਂ ਕੀ ਪੈਦਾ ਹੁੰਦਾ? ਹਾਈਡਰੋਜਨ ਗੈਸ ਅਤੇ ਆਇਰਨ ਕਲੋਰਾਈਡ, ਨਮਕ ਅਤੇ ਹਾਈਡਰੋਜਨ। ਮਨੁੱਖ ਵਿੱਚ ਗੁਰਦੇ ਇੱਕ ਤੰਤਰ ਦਾ ਭਾਗ ਹਨ। ਗੁਰਦੇ ਕਿਹੜੇ ਤੰਤਰ ਦਾ ਭਾਗ ਹੈ ਜੀ? ਗੁਰਦੇ ਮਲ ਤਿਆਗ ਦਾ। ਸਵੈਪੋਸ਼ੀ ਪੋਸ਼ਣ ਲਈ ਜ਼ਰੂਰੀ ਹੈ, ਕੀ ਚੀਜ਼ ਜ਼ਰੂਰੀ ਹੈ? ਸਾਰੀ, ਕਾਰਬਨ ਡਾਈਆਕਸਾਈਡ, ਪਾਣੀ ਵੀ, ਕਲੋਰੋਫਿਲ ਵੀ, ਸੂਰਜ ਦਾ ਪ੍ਰਕਾਸ਼ ਵੀ। ਨੈਕਸਟ ਆ ਗਿਆ ਜੀ ਸੋਡੀਅਮ ਹਾਈਡਰੋਕਸਾਈਡ। ਜੇ ਸੋਡੀਅਮ ਹਾਈਡਰੋਕਸਾਈਡ NaOH ਦਾ 10 ਮਿਲੀਲੀਟਰ ਘੋਲ, ਮਤਲਬ ਖਾਰ ਜੇ 10 ਮਿਲੀਲੀਟਰ ਲਿੱਤਾ ਗਿਆ ਅਤੇ ਜਿਹੜਾ HCl ਹੈ ਤੇਜ਼ਾਬ 8 ਮਿਲੀਲੀਟਰ ਲਿੱਤਾ ਗਿਆ ਅਤੇ ਪੂਰੀ ਤਰ੍ਹਾਂ ਉਦਾਸੀਨ ਹੋ ਗਏ, ਠੀਕ ਹੈ। ਅਤੇ ਜੇ ਅਸੀਂ ਸੋਡੀਅਮ ਹਾਈਡਰੋਕਸਾਈਡ ਮਤਲਬ ਖਾਰ ਅਸੀਂ 20 ਮਿਲੀਲੀਟਰ ਲਈਏ ਤਾਂ ਸਾਨੂੰ ਤੇਜ਼ਾਬ ਕਿੰਨੇ ਮਿਲੀਲੀਟਰ ਲੈਣਾ ਪਊ? ਨੇਚਰਲੀ ਡਬਲ, 16 ਮਿਲੀਲੀਟਰ। ਨੈਕਸਟ ਹੈ ਜੀ ਇੱਕ ਤੱਤ ਆਕਸੀਜਨ ਨਾਲ ਪ੍ਰਤੀਕਿਰਿਆ ਕਰਕੇ ਉੱਚ ਪਿਘਲਨ ਅੰਕ ਵਾਲਾ ਯੌਗਿਕ ਬਣਾਉਂਦਾ ਹੈ। ਇਹ ਯੌਗਿਕ ਪਾਣੀ ਵਿੱਚ ਘੁਲਣਸ਼ੀਲ ਹੈ।
ਇਹ ਸੰਭਵ ਤੌਰ 'ਤੇ ਕੈਲਸ਼ੀਅਮ ਹੀ ਹੈ। ਭੋਜਨ ਪਕਾਉਣ ਸਮੇਂ ਭਾਂਡਿਆਂ ਦਾ ਥੱਲਾ ਬਾਹਰੋਂ ਕਾਲਾ ਹੋ ਰਿਹਾ ਹੋਵੇ, ਇਸ ਤੋਂ ਸਪਸ਼ਟ ਹੈ ਕਿ ਭੋਜਨ ਪੂਰੀ ਤਰ੍ਹਾਂ ਨਹੀਂ ਪੱਕਿਆ। ਠੀਕ ਹੈ, ਬਾਲਣ ਪੂਰੀ ਤਰ੍ਹਾਂ ਨਹੀਂ ਜਲ ਰਿਹਾ, ਇਹੀ ਹੋਏਗਾ ਜੀ। ਬਾਲਣ ਪੂਰੀ ਤਰ੍ਹਾਂ ਜਦੋਂ ਨਹੀਂ ਜਲਦਾ ਤਾਂ ਕਾਲਸ ਆ ਜਾਂਦੀ ਹੈ। ਠੀਕ ਹੈ ਜੀ। ਆਵਰਤੀ ਸਾਰਣੀ 'ਚ ਖੱਬੇ ਤੋਂ ਸੱਜੇ ਪਾਸੇ ਵੱਲ ਜਾਣ ਨਾਲ ਤਰਤੀਬ ਬਾਰੇ ਕਿਹੜਾ ਕਥਨ ਸੱਚ ਨਹੀਂ ਹੈ? ਬਾਕੀ ਦੇਖੋ ਤੱਤਾਂ ਦਾ ਧਾਤਵੀ ਸੁਭਾਅ ਘਟਦਾ ਹੈ, ਪਰਮਾਣੂ ਸੌਖ ਨਾਲ ਇਲੈਕਟ੍ਰੋਨਾਂ ਨੂੰ ਗਵਾ ਦਿੰਦੇ ਹਨ, ਸੰਯੋਜਕ ਇਲੈਕਟ੍ਰੋਨਾਂ ਦੀ ਸੰਖਿਆ ਵੱਧ ਜਾਂਦੀ ਹੈ। ਇਹ ਜੀ ਇਹ ਹੋਏਗਾ ਸੀ। ਓਕੇ ਜੀ। ਹੁਣ ਅੱਗੇ ਹੈ ਤੱਤ XCl2 ਸੂਤਰ ਵਾਲਾ ਇੱਕ ਕਲੋਰਾਈਡ ਬਣਾਉਂਦਾ ਹੈ। ਠੀਕ ਹੈ, ਤੇ ਇਸ ਦੇ ਵਿੱਚ ਇੱਕ ਵੱਧ ਪਿਘਲਣ ਅੰਕ ਦਾ ਠੋਸ ਹੈ। X ਸੰਭਵ ਤੌਰ 'ਤੇ ਆਵਰਤੀ ਸਾਰਣੀ ਦੇ ਉਸ ਗਰੁੱਪ ਵਿੱਚ ਹੋਵੇਗਾ ਜਿਸ ਵਿੱਚ ਕੀ ਚੀਜ਼ ਹੈ ਜੀ? ਇਹਦੇ ਵਿੱਚ ਹੁਣ ਤੁਸੀਂ ਦੇਖਣਾ ਵੀ ਕੀ ਚੀਜ਼ ਹੋਏਗੀ ਇਸ ਦੇ ਵਿੱਚ? ਐਲੂਮੀਨੀਅਮ। ਓਕੇ, ਸੌਰੀ, ਇਹ ਜਿਹੜਾ 12ਵਾਂ ਸੀਗਾ ਨਾ, ਮੈਨੂੰ ਥੋੜ੍ਹਾ ਜਿਹਾ ਹੋ ਰਿਹਾ, ਇਹ ਹੋਏਗਾ ਸੰਯੋਜਕ ਇਲੈਕਟ੍ਰੋਨਾਂ ਦੀ ਸੰਖਿਆ। ਹਾਂਜੀ, ਅੱਗੇ ਆ ਜਾਓ ਜੀ। ਮਨੁੱਖ ਵਿੱਚ ਗੁਰਦੇ ਇੱਕ ਤੰਤਰ ਪ੍ਰਣਾਲੀ ਦਾ ਭਾਗ ਹਨ। ਇਹ ਦੁਆਰਾ ਫੇਰ ਆ ਗਿਆ ਕਿਸ ਦਾ? ਮਲ ਤਿਆਗ ਦਾ। ਪਾਇਰੂਵੇਟ ਦੇ ਵਿਖੰਡਨ ਨਾਲ ਕਾਰਬਨ ਡਾਈਆਕਸਾਈਡ ਪਾਣੀ ਅਤੇ ਤਾਪ ਊਰਜਾ ਦੇਣ ਦੀ ਪ੍ਰਤੀਕਿਰਿਆ ਕਿੱਥੇ ਵਾਪਰਦੀ ਹੈ? ਮਾਈਟੋਕੌਂਡਰੀਆ ਦੇ ਵਿੱਚ। ਅਗਲਾ ਹੈ ਅਲਿੰਗੀ ਜਨਨ ਬਰਡਿੰਗ ਦੁਆਰਾ, ਜਿਸ 'ਚ ਹੁੰਦਾ ਹੈ ਈਸਟ ਵਿੱਚ ਹੁੰਦਾ। ਪਰਾਗ ਕੋਸ਼ ਵਿੱਚ ਕੀ ਹੁੰਦੇ ਹੈ? ਪਰਾਗ ਕਣ। ਮੈਂਡਲ ਦੇ ਇੱਕ ਪ੍ਰਯੋਗ ਵਿੱਚ ਲੰਬੇ ਮਟਰ ਲਿੱਤੇ ਗਏ ਜਿਨ੍ਹਾਂ ਦੇ ਬੈਂਗਣੀ ਫੁੱਲ ਸੀ, ਬੌਨੇ ਪੌਦੇ ਸੀ ਜਿਨ੍ਹਾਂ ਦੇ ਸਫੇਦ ਫੁੱਲ ਸੀ। ਠੀਕ ਹੈ ਜੀ। ਇੱਕ ਤਾਂ ਲੰਬੇ ਮਟਰ, ਬੈਂਗਣੀ ਫੁੱਲ, ਬੌਨੇ ਪੌਦੇ, ਸਫੇਦ ਫੁੱਲ, ਉਹਨਾਂ ਦੇ ਨਾਲ ਉਹਨਾਂ ਦਾ ਸੰਕਰਨ ਕਰਾਇਆ ਗਿਆ ਤਾਂ ਇਹਨਾਂ ਦੀ ਜਿਹੜੀ ਸੰਤਾਨ ਪੌਦੇ ਆਏ ਤਾਂ ਉਹਦੇ ਵਿੱਚ ਸਾਰੇ ਜਿਹੜੇ ਪੌਦੇ ਸੀਗੇ ਉਹਨਾਂ ਦੇ ਫੁੱਲ ਬੈਂਗਣੀ ਰੰਗ ਦੇ ਸੀ ਅਤੇ ਉਹਨਾਂ ਵਿੱਚੋਂ ਅੱਧੇ ਲਗਭਗ ਕੀ ਸੀਗੇ ਜੀ? ਬੌਨੇ ਸੀਗੇ। ਤਾਂ ਹੁਣ ਉਹਦਾ ਕੀ ਇਹਨਾਂ ਵਿੱਚੋਂ ਕਿਹੜਾ ਹੋਏਗਾ? ਉਹ ਆ ਹੋਏਗਾ, ਅੱਧੇ ਬੌਨੇ ਅੱਧੇ ਠੀਕ ਅਤੇ ਬਾਕੀ ਸਾਰੇ ਬੈਂਗਣੀ ਰੰਗ ਦੇ। ਨੈਕਸਟ, ਕਰੰਟ ਬਿਜਲੀ ਧਾਰਾ ਦੀ ਇਕਾਈ ਹੈ ਅਤੇ ਕਰੰਟ ਦੀ ਇਕਾਈ ਕੀ ਹੈ ਇਹ ਦੱਸਣਾ। ਇਸ ਵਿੱਚ ਦਿੱਤੇ ਵੋਲਟ, ਐਂਪੀਅਰ, ਓਹਮ ਅਤੇ ਵਾਟ। ਤਾਂ ਕਰੰਟ ਦੀ ਇਕਾਈ ਐਂਪੀਅਰ। V=IR ਕਿਸ ਨਿਯਮ ਨੂੰ ਬਿਆਨ ਕਰਦਾ ਹੈ ਜੀ? ਇਹ ਆਪਾਂ ਨੂੰ ਸਭ ਨੂੰ ਪਤਾ ਹੈ, ਓਹਮ ਦਾ ਨਿਯਮ। ਨੈਕਸਟ ਹੈਗਾ ਜੀ, ਜਦੋਂ ਅਸੀਂ ਛੋਟੇ ਅੱਖਰਾਂ ਨੂੰ ਪੜ੍ਹਨ ਸਮੇਂ ਕਿਹੜੇ ਲੈਂਸ ਦੀ ਅਸੀਂ ਪਹਿਲ ਕਰਾਂਗੇ? ਜੇ ਕਿਸੇ ਸ਼ਬਦਕੋਸ਼ ਦੇ ਛੋਟੇ ਅਕਸ਼ਰ ਪੜ੍ਹਨੇ ਹੋਣ ਤਾਂ ਕਿਹੜਾ ਲੈਂਸ ਅਸੀਂ ਵਰਤਾਂਗੇ? 5 ਸੈਂਟੀਮੀਟਰ ਫੋਕਸ ਦੂਰੀ ਦਾ ਇੱਕ ਉੱਤਲ ਲੈਂਸ। ਹਾਂਜੀ, ਮਨੁੱਖੀ ਅੱਖ ਨੇਤਰ ਲੈਂਸ ਦੀ ਫੋਕਸ ਦੂਰੀ ਵਿਵਸਥਿਤ ਕਰਕੇ ਭਿੰਨ ਭਿੰਨ ਦੂਰੀ 'ਤੇ ਰੱਖੀਆਂ ਹੋਈਆਂ ਵਸਤੂਆਂ ਨੂੰ ਫੋਕਸ ਕਰਦਾ ਹੈ। ਇਸ ਨੂੰ ਅਸੀਂ ਕਹਿੰਦੇ ਹਾਂ ਅੱਖ ਦੀ ਅਨੁਕੂਲਨ ਸਮਰੱਥਾ, ਜਿਸ ਦੇ ਨਾਲ ਇੱਕ ਹੀ ਸਮੇਂ 'ਤੇ ਅਸੀਂ ਦੂਰ ਵੀ ਦੇਖ ਸਕਦੇ ਹਾਂ ਅਤੇ ਨੇੜੇ ਵੀ ਦੇਖ ਸਕਦੇ ਹਾਂ। ਠੀਕ ਹੈ। ਹਾਂਜੀ, ਅੱਗੇ ਆ ਗਿਆ ਆਪਣਾ ਪ੍ਰਤੀਰੋਧ R। ਪ੍ਰਤੀਰੋਧ R ਦੇ ਕਿਸੇ ਤਾਰ ਦੇ ਟੁਕੜੇ ਨੂੰ 5 ਬਰਾਬਰ ਭਾਗਾਂ ਵਿੱਚ ਵੰਡਿਆ ਗਿਆ ਹੈ। ਇਹ ਆਪਾਂ ਪਹਿਲਾਂ ਕਰਕੇ ਹਟੇ ਹਾਂ ਜੀ, ਫਿਰ ਸਮਾਨਾਂਤਰ ਵਿੱਚ ਜੋੜਿਆ ਜਾਂਦਾ ਹੈ। ਠੀਕ ਹੈ, ਅਤੇ ਆਪਾਂ ਇਹ ਦੱਸਣਾ ਵੀ ਜੇਕਰ ਸੰਯੋਗ ਦਾ ਤੁਲ ਪ੍ਰਤੀਰੋਧ R' ਹੈ ਤਾਂ R/R' ਦਾ ਮਾਨ ਕਿੰਨਾ ਹੋਵੇਗਾ? ਇਹ ਹੋਏਗਾ ਜੀ 25। ਅਗਲਾ ਆ ਗਿਆ, ਕਿਸੇ ਬਿਜਲੀ ਧਾਰਾ ਵਾਲੀ ਸਿੱਧੀ ਲੰਬੀ ਸੋਲੇਨੋਇਡ ਅੰਦਰ ਚੁੰਬਕੀ ਖੇਤਰ 0 ਹੁੰਦਾ ਹੈ। ਇਸ ਦੇ ਸਿਰਿਆਂ ਵੱਲ ਜਾਣ ਨਾਲ ਘਟਦਾ ਹੈ, ਇਸ ਦੇ ਸਿਰਿਆਂ ਵੱਲ ਜਾਣ ਨਾਲ ਵੱਧਦਾ ਹੈ। ਠੀਕ ਹੈ, ਇਸ ਦੇ ਸਿਰਿਆਂ ਵੱਲ ਜਾਣ ਨਾਲ ਵੱਧਦਾ ਹੈ। ਅੱਗੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਿਸੇ ਲੰਬੀ ਸਿੱਧੀ ਤਾਰ ਦੇ ਨੇੜੇ ਚੁੰਬਕੀ ਖੇਤਰ ਦਾ ਸਹੀ ਵਰਣਨ ਕਰਦਾ ਹੈ? ਇਹ ਕਿਹੜਾ ਕੀ ਹੋਊਗਾ ਜੀ? ਤਾਰ ਦੇ ਉੱਪਰ ਇਹ ਜਿਹੜਾ ਸਮਕੇਂਦਰੀ ਵਾਲਾ,
ਇਹ ਆਪਾਂ ਪਹਿਲਾਂ ਆ ਚੁੱਕਿਆ ਆਪਾਂ ਨੂੰ ਇਹ ਕੁਐਸਚਨ ਵੀ ਸਟਾਰ ਦੇ ਦੁਆਲੇ ਸਮਕੇਂਦਰੀ ਚੱਕਰ ਬਣਾਉਂਦਾ ਖੇਤਰ। ਇਹ ਮੈਂ ਪਹਿਲਾਂ ਆਪਣੀ ਵੀਡੀਓ 'ਚ ਵੀ ਇਹ ਤੁਹਾਨੂੰ ਦੱਸਿਆ ਸੀ। 11ਵਾਂ ਬਿਜਲੀ ਚੁੰਬਕੀ ਪ੍ਰੇਰਣ ਦੀ ਬਿਜਲ ਚੁੰਬਕੀ ਪ੍ਰੇਰਣ ਦੀ ਘਟਨਾ। ਕਿਹੜੀ ਘਟਨਾ ਇਹਦੇ ਵਿੱਚੋਂ? ਬਿਜਲ ਚੁੰਬਕੀ ਪ੍ਰੇਰਣ ਦੀ ਕੁੰਡਲੀ ਅਤੇ ਚੁੰਬਕ ਦੇ ਸਾਪੇਖਿਕ ਗਤੀ ਦੇ ਕਾਰਨ ਕੁੰਡਲੀ 'ਚ ਪ੍ਰੇਰਿਤ ਬਿਜਲੀ ਧਾਰਾ ਪੈਦਾ ਕਰਨਾ। ਇਹ ਕਿਸੇ ਬਿਜਲਈ ਮੋਟਰ ਦੀ ਕੁੰਡਲੀ ਨੂੰ ਘੁਮਾਉਣ ਦੀ ਪ੍ਰਤੀਕਿਰਿਆ ਕੀ ਹੈ ਜੀ? ਇਹ ਅਗਲਾ ਕੁਐਸਚਨ ਆ ਗਿਆ। ਹੇਠ ਲਿਖਿਆਂ ਵਿੱਚੋਂ ਕਿਹੜੇ ਭੋਜਨ ਲੜੀ ਦਾ ਨਿਰਮਾਣ ਕਰਦੇ ਹਨ? ਸੇਮ ਫੇਰ ਆ ਗਿਆ, ਬਾਰ-ਬਾਰ ਰਿਪੀਟ ਹੋ ਰਿਹਾ ਇਹ ਕੁਐਸਚਨ। ਘਾਹ, ਬੱਕਰੀ, ਮਨੁੱਖ। ਹੇਠ ਲਿਖਿਆਂ 'ਚੋਂ ਕਿਹੜਾ ਵਾਤਾਵਰਣੀ ਪੱਖੀ ਵਿਵਹਾਰ ਦਰਸਾਉਂਦਾ ਹੈ? ਇਹ ਸਾਰੇ ਹੀ ਜਿਹੜੇ ਹੈ ਦਿੱਤੇ ਹੋਏ ਵਾਤਾਵਰਣੀ ਪੱਖੀ ਹੈ। ਅਜਿਹੀ ਧਾਤ ਦੀ ਉਦਾਹਰਨ ਦਿਓ ਜੋ ਕਮਰੇ ਦੇ ਤਾਪਮਾਨ 'ਤੇ ਤਰਲ ਹੈ। ਸਭ ਨੂੰ ਪਤਾ ਹੈ ਕਿ ਪਾਰਾ ਹੀ ਤਰਲ ਹੈ। ਅਜਿਹੀ ਧਾਤ ਦੀ ਉਦਾਹਰਨ ਦਿਓ ਜੋ ਤਾਪ ਦੀ ਸਭ ਤੋਂ ਉੱਤਮ ਚਾਲਕ ਹੈ। ਤਾਪ ਦੀ ਸਭ ਤੋਂ ਉੱਤਮ ਚਾਲਕ ਕਿਹੜੀ ਹੈ ਜੀ? ਚਾਂਦੀ। ਬੱਚੋ ਇਹ ਤੁਹਾਡੇ ਮਲਟੀਪਲ ਚੋਇਸ ਦੇ ਸਾਰੇ ਕੁਐਸਚਨ ਇੱਕ ਵਾਰੀ ਰਿਵਾਈਜ਼ ਹੋ ਗਏ ਹੈ ਅਤੇ ਤੁਸੀਂ ਇਸ ਨੂੰ ਅੱਛੀ ਤਰ੍ਹਾਂ ਦੁਬਾਰਾ ਦੇਖ ਕੇ ਯਾਦ ਕਰ ਲੈਣੇ। ਥੈਂਕ ਯੂ।